ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਬ੍ਰਿਜਰਾਜ ਕੰਪਿਊਟਰ ਟੀਚਰ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ। ਅੱਜ ਅਸੀਂ ਸਬਜੈਕਟ ਕੰਪਿਊਟਰ ਸਾਇੰਸ ਕਲਾਸ +2 ਚੈਪਟਰ 2 ਸਟ੍ਰਿੰਗ ਹੈਂਡਲਿੰਗ ਫੰਕਸ਼ਨਸ ਵਿੱਚ ਬੁੱਕ ਦੀ ਬੈਕ ਐਕਸਰਸਾਈਜ਼ ਵਿੱਚ ਜਿਹੜੇ ਸ਼ੋਰਟ ਅਤੇ ਲੌਂਗ ਕੁਐਸਚਨ ਆਨਸਰ ਦਿੱਤੇ ਨੇ ਉਹਨਾਂ ਨੂੰ ਪੜਾਂਗੇ। ਆਓ ਦੇਖਦੇ ਹਾਂ। ਆ ਸਕਦਾ ਹੈ ਐਰੇ ਕੈਰ ਬਾਰੇ ਵਿਸ਼ੇਸ਼ ਕੀ ਹੁੰਦਾ ਹੈ, ਵਟ ਇਜ਼ ਸਪੈਸ਼ਲ ਅਬਾਊਟ ਐਰੇ ਆਫ ਕੈਰ। ਅਗਰ ਅਸੀਂ ਐਰੇ ਆਫ ਕੈਰ ਦੀ ਗੱਲ ਕਰੀਏ ਤੇ ਐਰੇ ਆਫ ਕੈਰ ਦਾ ਮਤਲਬ ਹੁੰਦਾ ਸਟ੍ਰਿੰਗ, ਤੇ ਸਟ੍ਰਿੰਗ ਅਸੀਂ ਆਲਰੇਡੀ ਚੰਗੀ ਤਰ੍ਹਾਂ ਪਿਛਲੇ ਲੈਕਚਰ ਵਿੱਚ ਪੜ੍ਹ ਚੁੱਕੇ ਹਾਂ। ਐਰੇ ਕੈਰ ਦੀ ਵਰਤੋਂ ਸਟ੍ਰਿੰਗ ਜਾਂ ਬਹੁਤ ਸਾਰੇ ਕਰੈਕਟਰਸ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਮਤਲਬ ਕਿ ਜਦੋਂ ਅਸੀਂ ਡਬਲ ਕੋਮਿਆਂ ਦੇ ਵਿੱਚ ਬਹੁਤ ਜ਼ਿਆਦਾ ਕਰੈਕਟਰ, ਸਪੈਸ਼ਲ ਚਿੰਨ੍ਹ ਜਾਂ ਸਪੇਸ ਨੂੰ ਸਟੋਰ ਕਰੀਏ ਤਾਂ ਉਹਨੂੰ ਕੀ ਬੋਲਦੇ ਆ? ਸਟ੍ਰਿੰਗ। ਸਟ੍ਰਿੰਗ ਦੇ ਲਈ ਸੀ ਭਾਸ਼ਾ ਵਿੱਚ ਇੱਕ ਡਾਇਮੈਂਸ਼ਨਲ ਐਰੇ ਦੀ ਵਰਤੋਂ ਹੁੰਦੀ ਹੈ। ਇੱਕ ਡਾਇਮੈਂਸ਼ਨਲ ਐਰੇ ਦਾ ਮਤਲਬ ਹੈ ਕਿ ਜਦੋਂ ਅਸੀਂ ਸਟ੍ਰਿੰਗ ਡਿਕਲੇਅਰ ਕਰਦੇ ਹਾਂ ਉਸ ਦੇ ਨਾਲ ਅਸੀਂ ਇੱਕ ਸਕੁਏਅਰ ਬ੍ਰੈਕਟ ਡਿਕਲੇਅਰ ਕਰਦੇ ਹਾਂ, ਜਿਸ ਨੂੰ ਬੋਲਦੇ ਆ ਵਨ ਡਾਇਮੈਂਸ਼ਨਲ ਐਰੇ। ਸਟ੍ਰਿੰਗ ਦੇ ਆਖਿਰ ਵਿੱਚ ਨਲ ਕਰੈਕਟਰ ਦੀ ਵਰਤੋਂ ਹੁੰਦੀ ਹੈ। ਮਤਲਬ ਜੇ ਆਪਾਂ ਸਟ੍ਰਿੰਗ ਨੂੰ ਖਤਮ ਕਰਦੇ ਹਾਂ ਤੇ ਉਹਦੇ ਵਿੱਚ ਨਲ ਕਰੈਕਟਰ ਦੀ ਵਰਤੋਂ ਹੁੰਦੀ ਹੈ ਤੇ ਨਲ ਕਰੈਕਟਰ ਨੂੰ /0 ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਿੱਚ array char is used to store a string or characters. In C language, one-dimensional array used for a string. At the end of a string, null character is used. Null character is represented by /0. अगर ਅਸੀਂ ਸਿੰਪਲ ਸ਼ਬਦਾਂ ਵਿੱਚ ਗੱਲ ਕਰੀਏ ਤੇ ਐਰੇ ਕੈਰ ਦਾ ਕੀ ਅਰਥ ਹੋਵੇਗਾ? ਐਰੇ ਕੈਰ ਜੋ ਅਸੀਂ ਗੱਲ ਕਰਦੇ ਹਾਂ ਤੁਹਾਨੂੰ ਪਹਿਲੇ ਦੱਸਿਆ ਕਿ ਆਪਾਂ ਸਟ੍ਰਿੰਗ ਦੀ ਗੱਲ ਕਰਦੇ ਹਾਂ, ਬਟ ਇੱਕ ਚੀਜ਼ ਯਾਦ ਰੱਖਣੀ ਹੈ ਕਿ ਸੀ ਲੈਂਗੁਏਜ ਦੇ ਵਿੱਚ ਸਟ੍ਰਿੰਗ ਡਾਟਾ ਟਾਈਪ ਲਈ ਕੋਈ ਵੀ ਕੀਵਰਡ ਨਹੀਂ ਵਰਤਿਆ ਜਾਂਦਾ। ਸਟ੍ਰਿੰਗ ਡਾਟਾ ਟਾਈਪ ਕਿਹਦੀ ਮਦਦ ਲੈਂਦਾ ਹੈ? ਸਟ੍ਰਿੰਗ ਡਾਟਾ ਟਾਈਪ ਕੈਰ ਕੀਵਰਡ ਦੀ ਮਦਦ ਲੈਂਦਾ ਹੈ ਤੇ ਕੈਰ ਕੀਵਰਡ ਜਿਹੜਾ ਹੈਗਾ ਉਹ ਕਰੈਕਟਰ ਲਈ ਵਰਤਿਆ ਜਾਂਦਾ ਹੈ ਤੇ ਸਟ੍ਰਿੰਗ ਲਈ ਵਰਤਿਆ ਜਾਂਦਾ ਹੈ। ਜਦੋਂ ਅਸੀਂ ਕੈਰ ਨੂੰ ਸਿੰਪਲ ਯੂਜ਼ ਕਰੀਏ ਤੇ ਉਹ ਕਰੈਕਟਰ ਲਈ ਵਰਤਿਆ ਜਾਂਦਾ ਹੈ, ਤੇ ਜਦੋਂ ਕੈਰ ਨੂੰ ਸਕੁਏਅਰ ਬ੍ਰੈਕਟ ਨਾਲ ਵਰਤੀਏ, ਵਨ ਡਾਇਮੈਂਸ਼ਨ ਦੀ ਫਾਰਮ 'ਚ ਵਰਤੀਏ ਤਾਂ ਉਹ ਕੀ ਬਣ ਜਾਂਦਾ? ਸਟ੍ਰਿੰਗ ਜਾਂ ਐਰੇ ਆਫ ਕੈਰ। ਫॉर ਐਗਜ਼ਾਮਪਲ ਜਿੱਦਾਂ ਇੱਥੇ ਲਿਖਿਆ ਮੈਂ ਕੈਰ ਨੇਮ 6 ਸਮਾਈਲਾ। ਕੈਰ ਕੀ ਹੈ? ਕਰੈਕਟਰ ਡਾਟਾ ਟਾਈਪ। ਨੇਮ ਕੀ ਹੈ? ਸਾਡੀ ਸਟ੍ਰਿੰਗ। ਤੇ 6 ਉਹਦਾ ਕੀ ਹੈ? ਸਾਈਜ਼। ਜਦੋਂ ਕੈਰ ਡਾਟਾ ਟਾਈਪ ਦੇ ਨਾਲ ਸਕੁਏਅਰ ਬ੍ਰੈਕਟ ਆ ਜੇ ਜਾਂ ਡਬਲ ਕੋਟਸ 'ਚ ਕੋਈ ਕੀਮਤ ਆ ਜੇ ਤੇ ਉਹ ਕੀ ਬਣ ਜਾਂਦਾ ਹੈ? ਸਟ੍ਰਿੰਗ। ਜੇਕਰ ਕੈਰ ਦੇ ਨਾਲ ਸਕੁਏਅਰ ਬ੍ਰੈਕਟ ਨਾ ਆਵੇ ਤੇ ਕੋਈ ਵੀ ਕਰੈਕਟਰ ਸਿੰਗਲ ਕੋਮੇ ਵਿੱਚ ਆਵੇ, ਸਿੰਗਲ ਕਰੈਕਟਰ, ਤੇ ਉਹ ਕੀ ਬਣ ਜਾਂਦਾ ਹੈ? ਕਰੈਕਟਰ। ਹੁਣ ਇਸ ਸਟ੍ਰਿੰਗ ਨੂੰ ਸਟੋਰ ਕਰਨ ਲਈ ਸਾਨੂੰ 5 ਕਰੈਕਟਰ ਚਾਹੀਦੇ ਆ, ਲੇਕਿਨ ਮੈਂ 6 ਲਏ ਹੈ। 6 ਕਰੈਕਟਰ ਕਿਉਂ ਲਏ ਹੈ? ਕਿਉਂਕਿ ਜਦੋਂ ਆਪਾਂ ਸਟ੍ਰਿੰਗ ਨੂੰ ਸਟੋਰ ਕਰਾਂਗੇ SMILA, ਇਹ ਪੰਜੋਂ ਕਰੈਕਟਰ ਜਿਹੜੇ ਹੈ ਇਹ ਐਰੇ ਦੀ ਮੈਮਰੀ ਦੇ ਵਿੱਚ ਇੱਕ ਇੱਕ ਕਰਕੇ ਸਟੋਰ ਹੋ ਜਾਣਗੇ ਤੇ ਸਟ੍ਰਿੰਗ ਇਹਨੂੰ ਸਿੰਗਲ ਕੋਮੇ ਦੀ ਫਾਰਮ 'ਚ ਸਟੋਰ ਕਰੇਗਾ। ਤੇ ਲਾਸਟ ਵਿੱਚ ਆਪਾਂ ਜਦੋਂ ਦੇਖ ਰਹੇ ਹਾਂ /0, ਇਹ ਕੀ ਹੈਗਾ ਹੈ? ਇਹ ਹੈਗਾ ਹੈ ਨਲ ਕਰੈਕਟਰ। ਤੇ ਨਲ ਕਰੈਕਟਰ ਦਾ ਕੰਮ ਕੀ ਹੈ? ਨਲ ਕਰੈਕਟਰ ਸਟ੍ਰਿੰਗ ਨੂੰ ਖਤਮ ਕਰਨ ਦੇ ਕੰਮ ਆਉਂਦੀ। ਟੌਪਿਕ ਹੈ ਉਹ ਹੈਗਾ ਸਟ੍ਰਿੰਗ। ਸਟ੍ਰਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਅਸੀਂ 11ਵੀਂ ਜਮਾਤ ਵਿੱਚ ਡਾਟਾ ਟਾਈਪ ਨਾਮ ਦਾ ਟੌਪਿਕ ਪੜ੍ਹਿਆ ਸੀ। ਡਾਟਾ ਟਾਈਪ 3 ਪੜ੍ਹੇ ਸੀ ਅਸੀਂ, ਇੰਟੀਜ਼ਰ, ਫਲੋਟ ਤੇ ਕਰੈਕਟਰ। ਇੰਟੀਜ਼ਰ ਨੰਬਰ ਉਹ ਹੁੰਦੇ ਨੇ ਜਿਹਦੇ ਵਿੱਚ ਦਸ਼ਮਲਵ ਨਹੀਂ ਆਉਂਦਾ, ਡੈਸੀਮਲ ਪੁਆਇੰਟ ਨਹੀਂ ਆਉਂਦਾ। ਫਲੋਟ ਨੰਬਰ ਉਹ ਹੁੰਦੇ ਨੇ ਜਿਹਦੇ ਵਿੱਚ ਡੈਸੀਮਲ ਪੁਆਇੰਟ ਆਉਂਦਾ ਹੈ। ਤੇ ਕਰੈਕਟਰ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਵੀ ਨੰਬਰ, ਅਲਫਾਬੈਟ ਜਾਂ ਸਪੈਸ਼ਲ ਚਿੰਨ੍ਹ ਜਾਂ ਸਪੇਸ ਨੂੰ ਸਿੰਗਲ ਕੋਮੇ ਵਿੱਚ ਲਿਖਦੇ ਹਾਂ। ਪਰ ਸਟ੍ਰਿੰਗ ਵਿੱਚ ਕੀ ਹੁੰਦਾ? ਅਸੀਂ ਡਬਲ ਕੋਮੇ ਦੀ ਵਰਤੋਂ ਕਰਦੇ ਹਾਂ। ਆਓ ਦੇਖਦੇ ਹਾਂ। ਸਟ੍ਰਿੰਗ ਕਰੈਕਟਰਸ ਦਾ ਸਮੂਹ ਹੈ। ਜਦੋਂ ਅਸੀਂ ਅਲਫਾਬੈਟਸ, ਨੰਬਰਾਂ, ਸਪੈਸ਼ਲ ਚਿੰਨ੍ਹਾਂ ਜਾਂ ਖਾਲੀ ਸਪੇਸ ਨੂੰ ਡਬਲ ਕੋਮਿਆਂ ਵਿੱਚ ਲਿਖਦੇ ਹਾਂ ਤਾਂ ਉਸ ਨੂੰ ਸਟ੍ਰਿੰਗ ਕਿਹਾ ਜਾਂਦਾ ਹੈ। ਸਟ੍ਰਿੰਗ ਦੀ ਸਮਾਪਤੀ ਹਮੇਸ਼ਾ ਨਲ ਕਰੈਕਟਰ ਨਾਲ ਹੁੰਦੀ ਹੈ। ਉਦਾਹਰਨ ਵਜੋਂ ਜਿੱਦਾਂ ਡਬਲ ਕੋਟਸ ਵਿੱਚ ਸਮਾਈਲਾ ਲਿਖਿਆ ਹੈ, ਪਠਾਨਕੋਟ ਲਿਖਿਆ ਹੈ, 145001 ਲਿਖਿਆ ਹੈ ਤੇ ਸਟਾਰ ਲਿਖਿਆ ਹੈ, ਇਹ ਸਾਰੇ ਸਟ੍ਰਿੰਗ ਦੇ ਉਦਾਹਰਨ ਹਨ। ਹੁਣ ਅਸੀਂ ਇੰਗਲਿਸ਼ ਮੀਡੀਅਮ ਵੱਲ ਦੇਖਦੇ ਹਾਂ। A string is a sequence of characters. When we write alphabets, digits, special characters or blank space in double quotes, then it is called string.
string is always terminated with special character called null character. For example, मैं पहले भी एग्जांपल ਤੁਹਾਨੂੰ ਦੱਸੀ ਹੈ ਕਿ ਜਦੋਂ ਅਸੀਂ ਡਬਲ ਕੋਮੇ 'ਚ ਕੋਈ ਨਾਮ, ਕਿਸੇ ਸ਼ਹਿਰ ਦਾ ਨਾਮ, ਪਿਨ ਕੋਡ ਜਾਂ ਕੋਈ ਵੀ ਸਪੈਸ਼ਲ ਚਿੰਨ੍ਹ ਲਿਖਦੇ ਹਾਂ ਤਾਂ ਉਹ ਕੀ ਬਣ ਜਾਂਦਾ ਹੈ, ਸਟ੍ਰਿੰਗ। ਤੇ ਸਿੰਪਲ ਅਰਥ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸੀ ਭਾਸ਼ਾ ਵਿੱਚ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਡਬਲ ਕੋਮਿਆਂ ਵਿੱਚ ਲਿਖਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਸਟ੍ਰਿੰਗ। ਤੇ ਸਟ੍ਰਿੰਗ ਦੇ ਲਾਸਟ ਵਿੱਚ ਨਲ ਕਰੈਕਟਰ ਦੀ ਵਰਤੋਂ ਹੁੰਦੀ ਹੈ। ਨਲ ਕਰੈਕਟਰ ਦੀ ਵਰਤੋਂ ਇਸ ਕਰਕੇ ਹੁੰਦੀ ਹੈ ਤਾਂ ਕਿ ਕੰਪਾਈਲਰ ਨੂੰ ਪਤਾ ਚੱਲ ਜਾਏ ਕਿ ਸਟ੍ਰਿੰਗ ਦਾ ਅੰਤ ਹੋ ਗਿਆ ਹੈ ਜਾਂ ਸਟ੍ਰਿੰਗ ਖਤਮ ਹੋ ਗਈ। ਨਲ ਕਰੈਕਟਰ ਅਸੀਂ ਪਹਿਲੇ ਵੀ ਪੜ੍ਹ ਚੁੱਕੇ ਹਾਂ ਸਟ੍ਰਿੰਗ ਵਿੱਚ, ਤੇ ਨਲ ਕਰੈਕਟਰ ਨੂੰ ਖਾਲੀ ਚਿੰਨ੍ਹ ਵੀ ਬੋਲਦੇ ਹੈ। ਨਲ ਕਰੈਕਟਰ ਦੀ ਵਰਤੋਂ ਸਟ੍ਰਿੰਗ ਦੇ ਆਖਿਰ ਵਿੱਚ ਕੀਤੀ ਜਾਂਦੀ ਹੈ। ਨਲ ਕਰੈਕਟਰ ਨੂੰ /0 ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਸਟ੍ਰਿੰਗ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ। ਇਹ 1 ਬਾਈਟ ਮੈਮਰੀ ਦੀ ਵਰਤੋਂ ਕਰਦਾ ਹੈ। Null character is used at the end of a string. It is represented by /0. It is used to terminate a string. It uses 1 byte memory. 1 byte memory ਦਾ ਮਤਲਬ ਹੈ ਕਿ ਜਦੋਂ ਅਸੀਂ ਕੋਈ ਸਟ੍ਰਿੰਗ ਲੈਂਦੇ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਸਟ੍ਰਿੰਗ ਦੇ ਵਿੱਚ ਇੱਕ ਸਾਈਜ਼ ਵੱਧ ਲੈਂਦੇ ਹਾਂ। ਜੇਕਰ ਤੁਹਾਡੇ ਨਾਮ ਦੇ ਵਿੱਚ 4 ਕਰੈਕਟਰ ਹੈ ਤੇ ਅਸੀਂ ਉਹ ਸਟ੍ਰਿੰਗ ਡਿਕਲੇਅਰ ਕਰਦੇ ਹਾਂ ਸਾਈਜ਼ 5 ਲੈਂਦੇ ਹਾਂ। ਉਹ ਪੰਜਵਾਂ ਕਰੈਕਟਰ ਕੌਣ ਸਟੋਰ ਕਰਦਾ ਹੈ? ਨਲ ਕਰੈਕਟਰ। ਇਸ ਲਈ 1 ਬਾਈਟ ਐਕਸਟਰਾ ਲੈਂਦਾ ਹੈ ਸਟ੍ਰਿੰਗ ਨਲ ਕਰੈਕਟਰ ਲਈ। ਆਓ ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝੀਏ, ਉਦਾਹਰਨ ਨਾਲ ਸਮਝੀਏ। ਜਿੱਦਾਂ ਕੈਰ ਨੇਮ 5 ਅਨੁਜ। ਕੈਰ ਡਾਟਾ ਟਾਈਪ ਹੈ, ਨੇਮ ਸਟ੍ਰਿੰਗ ਦਾ ਨਾਮ ਹੈ, 5 ਦਾ ਸਾਈਜ਼ ਹੈ ਤੇ ਮੈਂ ਸਟ੍ਰਿੰਗ ਦੀ ਵੈਲਿਊ ਕੇ ਲਈ ਅਨੁਜ। ਅਨੁਜ ਦੇ ਵਿੱਚ 4 ਕਰੈਕਟਰ ਹੈ ਲੇਕਿਨ ਮੈਂ ਸਾਈਜ਼ 5 ਲਿਆ ਹੈ। ਪੰਜਵਾਂ ਕਰੈਕਟਰ ਕਿਹਦੇ ਲਈ ਰਿਜ਼ਰਵ ਹੋਏਗਾ? ਪੰਜਵਾਂ ਕਰੈਕਟਰ ਰਿਜ਼ਰਵ ਹੋਏਗਾ ਨਲ ਕਰੈਕਟਰ ਲਈ। ਤੇ ਇਹਦਾ ਮਤਲਬ ਇਹ ਹੈ ਕਿ ਜੇਕਰ ਅਸੀਂ 4 ਕਰੈਕਟਰ ਦੀ ਸਟ੍ਰਿੰਗ ਸਟੋਰ ਕਰਦੇ ਪਏ ਹਾਂ ਤਾਂ ਉਹਨੂੰ ਕਿੰਨੇ ਬਾਈਟ ਸਪੇਸ ਚਾਹੀਦੀ ਹੋਵੇਗੀ? 5 ਬਾਈਟ। 4 ਬਾਈਟ ਉਹਦੇ ਆਪਣੇ 4 ਕਰੈਕਟਰ ਤੇ ਪੰਜਵੀਂ ਬਾਈਟ ਨਲ ਕਰੈਕਟਰ ਲਈ। ਜਿੱਦਾਂ ਅਸੀਂ ਐਗਜ਼ਾਮਪਲ 'ਚ ਦੇਖ ਰਹੇ ਹਾਂ, ਇਹ ਸਟ੍ਰਿੰਗ ਆਈ ਹੈ ਕਿ 5 ਬਲੋਕ ਬਣੇ ਦੇ ਹੈ ANUJ। ਜੇ ਇਹ ਅਨੁਜ ਲਈ 4 ਬਾਈਟ ਯੂਜ਼ ਹੋ ਗਏ ਤੇ ਪੰਜਵਾਂ ਬਾਈਟ ਕਿਹਦੇ ਲਈ ਯੂਜ਼ ਹੋਇਆ? ਨਲ ਕਰੈਕਟਰ ਲਈ। ਤੇ ਸਿੰਪਲ ਅਰਥ 'ਚ ਕਹਿ ਸਕਦੇ ਹਾਂ ਕਿ ਨਲ ਕਰੈਕਟਰ ਦਾ ਕੀ ਕੰਮ ਹੈ? ਨਲ ਕਰੈਕਟਰ ਦਾ ਕੰਮ ਹੈ ਜੇਕਰ ਅਸੀਂ ਕਿਸੇ ਸਟ੍ਰਿੰਗ ਨੂੰ ਖਤਮ ਕਰਨਾ ਹੋਵੇ। ਕੈਰ ਐਰੇ ਦੀ ਕੀ ਸੀਮਾ ਹੁੰਦੀ ਹੈ? What is the limitation of char array? char array ਨੂੰ ਸਟ੍ਰਿੰਗ ਵੀ ਕਿਹਾ ਜਾਂਦਾ ਹੈ। char array ਨੂੰ ਡਿਕਲੇਅਰ ਕਰਨ ਦੇ ਦੌਰਾਨ ਜਿਹੜਾ ਆਕਾਰ ਅਸੀਂ ਇਸ ਨੂੰ ਦਿੰਦੇ ਹਾਂ ਉਹ ਇਸ ਦੀ ਸੀਮਾ ਹੁੰਦੀ ਹੈ। Means it is also called string. During the declaration of string, the size which we assign to char array is the limit of array char. ਮਤਲਬ ਸਟ੍ਰਿੰਗ ਨੂੰ ਜਦੋਂ ਅਸੀਂ ਡਿਕਲੇਅਰ ਕਰਦੇ ਹਾਂ ਅਸੀਂ ਸਕੁਅਰ ਬ੍ਰੈਕਟ 'ਚ ਕੋਈ ਵੀ ਸਾਈਜ਼ ਦਿੰਦੇ ਹਾਂ ਉਹ ਇਸ ਦਾ ਆਕਾਰ ਹੁੰਦਾ ਹੈ। ਫੋਰ ਐਗਜ਼ਾਮਪਲ ਉਦਾਹਰਨ ਵਜੋਂ ਮੈਂ ਇੱਥੇ ਲਿਆ ਕੈਰ ਨੇਮ 5। ਇੱਥੇ ਜਿਹੜਾ ਕੈਰ ਹੈਗਾ ਉਹ ਕੀ ਹੈ? ਇੱਕ ਡਾਟਾ ਟਾਈਪ ਹੈ। ਨੇਮ ਕੀ ਹੈ? ਸਟ੍ਰਿੰਗ ਤੇ 5 ਦਾ ਕੀ ਹੈ? ਸਾਈਜ਼। ਜਦੋਂ ਅਸੀਂ ਕੈਰ ਡਾਟਾ ਟਾਈਪ ਦੇ ਨਾਲ ਸਕੁਅਰ ਬ੍ਰੈਕਟ ਵਿੱਚ ਸਾਈਜ਼ ਦੇ ਦਿੰਦੇ ਹਾਂ ਤਾਂ ਉਸ ਨੂੰ ਕੀ ਬੋਲਦੇ ਹੈ? ਉਹ ਸਾਡੀ ਕੀ ਬਣ ਜਾਂਦੀ ਹੈ? ਸਟ੍ਰਿੰਗ। ਜੇਕਰ ਅਸੀਂ ਸਕੁਅਰ ਬ੍ਰੈਕਟ ਨਾ ਦੇਈਏ, ਸਿੰਪਲ ਨੇਮ ਰਹਿਣ ਦਈਏ, ਉਹ ਕੀ ਰਹੇਗੀ? ਕਰੈਕਟਰ। ਹੁਣ ਜਿਹੜੀ 5 ਹੈ ਉਹ ਇਹਦੀ ਲਿਮਿਟ ਹੈਗੀ ਹੈ। ਲਿਮਿਟ ਕਿੱਦਾਂ ਹੈ? ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਕਿੰਨੇ ਕਰੈਕਟਰ ਸਟੋਰ ਕਰ ਸਕਦੇ ਹਾਂ? 4। ਤੇ ਪੰਜਵਾਂ ਕਰੈਕਟਰ ਕਿਸ ਲਈ ਹੋਏਗਾ? ਨਲ ਕਰੈਕਟਰ ਲਈ। ਫੋਰ ਐਗਜ਼ਾਮਪਲ ਇੱਕ ਉਦਾਹਰਨ ਹੋਰ ਅਸੀਂ ਦੇਖਦੇ ਹਾਂ ਜਿਹਦਾ ਲਿਖਿਆ ਮੈਂ ਪਹਿਲੇ ਵੀ ਐਗਜ਼ਾਮਪਲ ਕਰਾਈ ਸੀ। ਕੈਰ ਨੇਮ 5 ਅਨੁਜ। ਅਨੁਜ ਵਿੱਚ 4 ਕਰੈਕਟਰ ਹੈ ਲੇਕਿਨ ਅਸੀਂ ਕਿੰਨੇ ਲੈ ਰਹੇ ਹਾਂ? 5। ਇਹਦਾ ਮਤਲਬ ਇਹ ਹੈ ਕਿ ਇਸ ਐਰੇ ਦੀ ਜਿਹੜੀ ਲਿਮਿਟ ਹੈਗੀ ਹੈ ਉਹ ਕਿੰਨੇ ਕਰੈਕਟਰ ਹੈਗੀ ਹੈ? 5। 5 ਕਿੱਦਾਂ? 4 ਕਰੈਕਟਰ ਸਟੋਰ ਕਰੇਗਾ ਸਟ੍ਰਿੰਗ ਦੇ ਤੇ ਪੰਜਵਾਂ ਕਰੈਕਟਰ ਸਟੋਰ ਕਰੇਗਾ ਨਲ ਦਾ। ਇਸ ਦਾ ਪੂਰਾ ਨਾਮ ਸਟ੍ਰਿੰਗ ਲੈਂਥ ਹੈ। ਇਸ ਫੰਕਸ਼ਨ ਦੀ ਵਰਤੋਂ ਦਿੱਤੀ ਹੋਈ ਸਟ੍ਰਿੰਗ ਦੀ ਲੰਬਾਈ ਪਤਾ ਕਰਨ ਲਈ ਕੀਤੀ ਜਾਂਦੀ ਹੈ। ਇਹ ਫੰਕਸ਼ਨ ਇੱਕ ਸਟ੍ਰਿੰਗ ਆਰਗੂਮੈਂਟ ਦੀ ਵਰਤੋਂ ਕਰਦਾ ਹੈ। ਆਰਗੂਮੈਂਟ ਬੋਲਦੇ ਹੈ ਜਿਹਨੂੰ ਅਸੀਂ ਬ੍ਰੈਕਟ ਵਿੱਚ ਲਿਖਦੇ ਹਾਂ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਿੱਚ it stands for string length. This function is used to find the length of a string.
this function uses one string argument। ਸਿੰਪਲ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਇਹ ਫੰਕਸ਼ਨ ਕੀ ਕਰਦਾ ਹੈ ਕਿ ਜੇਕਰ ਅਸੀਂ ਕੋਈ ਸਟ੍ਰਿੰਗ ਟਾਈਪ ਕੀਤੀ ਹੈ ਉਹਦੇ ਵਿੱਚ ਜਿੰਨੇ ਵੀ ਕਰੈਕਟਰ ਹੈ ਉਹ ਉਹਨਾਂ ਨੂੰ ਕਾਊਂਟ ਕਰਕੇ ਸਾਨੂੰ ਦੱਸੇਗਾ ਕਿ ਉਹਦੀ ਲੰਬਾਈ ਕਿੰਨੀ ਹੈ। ਇਸ ਲਈ ਅਸੀਂ ਜਿਹੜਾ ਵੈਰੀਏਬਲ ਸਟ੍ਰਿੰਗ ਲੈਂਥ ਨੂੰ ਸਟੋਰ ਕਰਨ ਲਵਾਂਗੇ ਉਹ ਹਮੇਸ਼ਾ ਕਿਸ ਟਾਈਪ ਦਾ ਹੋਏਗਾ, ਇੰਟੀਜ਼ਰ ਟਾਈਪ ਦਾ। ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਜਿਹੜਾ ਨਲ ਕਰੈਕਟਰ ਹੈ ਉਹ ਸਟ੍ਰਿੰਗ ਲੈਂਥ ਦਾ ਪਾਰਟ ਨਹੀਂ ਹੋਵੇਗਾ, ਕਿਉਂਕਿ ਜਿਹੜਾ ਨਲ ਕਰੈਕਟਰ ਹੈ ਉਸ ਸਟ੍ਰਿੰਗ ਨੂੰ ਖਤਮ ਕਰਨ ਦੇ ਕੰਮ ਆਉਂਦਾ ਹੈ, ਨਾ ਕਿ ਸਟ੍ਰਿੰਗ ਦਾ ਹਿੱਸਾ ਹੋਵੇਗਾ ਜਦੋਂ ਉਹਨੂੰ ਅਸੀਂ ਕਾਊਂਟ ਕਰਾਂਗੇ। ਹੁਣ ਅਸੀਂ ਇਹਦੀ ਐਗਜ਼ਾਮਪਲ ਦੇਖਦੇ ਹਾਂ। ਫੋਰ ਐਗਜ਼ਾਮਪਲ ਮੈਂ ਲਿਖਿਆ strlen ਸਮਾਈਲਾ। ਜਿਹੜਾ strlen ਹੈ ਇਹ ਫੰਕਸ਼ਨ ਹੈ ਤੇ ਜਿਹੜਾ ਮੈਂ ਡਬਲ ਕੋਟਸ 'ਚ ਲਿਖਿਆ ਸਮਾਈਲਾ ਇਹ ਕੀ ਹੈ, ਆਰਗੂਮੈਂਟ। ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇਹ ਫੰਕਸ਼ਨ ਇੱਕ ਸਟ੍ਰਿੰਗ ਆਰਗੂਮੈਂਟ ਦੀ ਵਰਤੋਂ ਕਰਦਾ ਹੈ। ਮੈਂ ਲਿਖਿਆ ਸਮਾਈਲਾ ਤੇ ਸਮਾਈਲਾ 'ਚ ਕਿੰਨੇ ਕਰੈਕਟਰ ਹੈਗੇ ਆ, 5। ਤੇ ਇਹਦਾ ਮਤਲਬ ਹੋ ਗਿਆ ਕਿ ਸਮਾਈਲਾ ਦੇ ਅੰਦਰ 5 ਕਰੈਕਟਰ ਹੈ ਤੇ ਇਹਦੀ ਲੈਂਥ ਕਿੰਨੀ ਆਏਗੀ, 5। ਇਸੇ ਤਰ੍ਹਾਂ ਇੱਕ ਐਗਜ਼ਾਮਪਲ ਹੋਰ ਦੇਖਦੇ ਆ। strlen I love my India ਤੇ ਇਹਦਾ ਆਨਸਰ ਹੈ 15। 15 ਕਿਸ ਤਰ੍ਹਾਂ ਹੈ, I ਵਿੱਚ 1 ਕਰੈਕਟਰ, love 'ਚ 4, my 'ਚ 2, India 'ਚ 5। ਟੋਟਲ ਕਿੰਨੇ ਹੋ ਗਏ, 1 + 4 5 + 2 7 ਤੇ 5 12। ਤੁਸੀਂ ਕਹੋਗੇ 12 15 ਕਿੱਦਾਂ ਆ ਗਿਆ, 15 ਕਿੱਦਾਂ ਆਇਆ, I ਤੇ love 'ਚ ਇੱਕ ਸਪੇਸ ਹੈ 13, love ਤੇ my 'ਚ 14, my ਤੇ India 'ਚ 15। ਇਸ ਕਰਕੇ ਜਿਹੜਾ ਸਪੇਸ ਹੈਗਾ ਉਹ ਵੀ ਕੀ ਹੋਏਗਾ, ਸਟ੍ਰਿੰਗ ਲੈਂਥ ਦਾ ਪਾਰਟ ਹੋਵੇਗਾ, ਬਟ ਨਲ ਕਰੈਕਟਰ ਸਟ੍ਰਿੰਗ ਲੈਂਥ ਦਾ ਪਾਰਟ ਨਹੀਂ ਹੋਵੇਗਾ। ਹੁਣ ਅਸੀਂ ਇਸ ਫੰਕਸ਼ਨ ਨੂੰ ਇੱਕ ਪ੍ਰੋਗਰਾਮ ਦੀ ਮਦਦ ਨਾਲ ਸਮਝਦੇ ਹਾਂ। ਸਟੂਡੀਓ ਅਤੇ konya.h ਇਹ ਦੋ ਹੈਡਰ ਫਾਈਲਾਂ ਅਸੀਂ ਹਰ ਪ੍ਰੋਗਰਾਮ 'ਚ ਵਰਤਦੇ ਹਾਂ ਜਦੋਂ ਕੋਈ C ਦਾ ਪ੍ਰੋਗਰਾਮ ਬਣਾਉਂਦੇ ਹਾਂ। string.h ਅਸੀਂ ਉਦੋਂ ਵਰਤਾਂਗੇ ਜਦੋਂ ਅਸੀਂ ਕਿਸੇ ਵੀ ਕਿਸਮ ਦੇ ਸਟ੍ਰਿੰਗ ਹੈਂਡਲਿੰਗ ਫੰਕਸ਼ਨ ਦੀ ਵਰਤੋਂ ਕਰਾਂਗੇ। void main C ਪ੍ਰੋਗਰਾਮ ਦੀ ਸ਼ੁਰੂਆਤ ਇਸ ਫੰਕਸ਼ਨ ਤੋਂ ਹੁੰਦੀ ਹੈ। ਸਟਾਰਟਿੰਗ ਕਰਲੀ ਬ੍ਰੇਸ ਸਾਨੂੰ ਚਾਹੀਦੀ ਹੁੰਦੀ ਹੈ। char name 20, char ਇੱਕ ਕੀਵਰਡ ਹੈ, ਨੇਮ ਸਟ੍ਰਿੰਗ ਹੈ ਤੇ 20 ਉਹਦਾ ਸਾਈਜ਼ ਹੈ। ਜਦੋਂ ਅਸੀਂ char ਦੇ ਨਾਲ ਸਕੁਏਅਰ ਬ੍ਰੈਕਟ ਲਗਾ ਕੇ ਸਾਈਜ਼ ਲਗਾ ਦਈਏ ਤੇ ਉਹ ਕੀ ਬਣ ਜਾਂਦਾ ਹੈ, ਸਟ੍ਰਿੰਗ। int l ਇੱਕ l ਵੈਰੀਏਬਲ ਲਿਆ ਜਿਹਦੇ ਵਿੱਚ ਮੈਂ ਲੈਂਥ ਸਟੋਰ ਕਰਾਂਗਾ, ਜਿਹੜਾ ਵੈਰੀਏਬਲ ਅਸੀਂ ਲਵਾਂਗੇ। clr scr ਕਲੇ ਸਕਰੀਨ। ਐਂਟਰ ਨੇਮ, ਨੇਮ ਨੂੰ ਮੈਂ ਗੈਟਸ ਕੀਤਾ। ਇੱਥੇ ਅਸੀਂ scanf ਵੀ ਵਰਤ ਸਕਦੇ ਹਾਂ, ਬਟ ਮੈਂ ਗੈਟਸ ਕਿਉਂ ਵਰਤਿਆ, ਕਿਉਂਕਿ ਆਪਾਂ ਕਈ ਵਾਰੀ ਸਪੇਸ ਵਾਲਾ ਨੇਮ ਵੀ ਲੈਣਾ ਹੁੰਦਾ ਹੈ, ਇਸ ਕਰਕੇ ਮੈਂ scanf ਦੀ ਜਗ੍ਹਾ ਗੈਟਸ ਵਰਤਿਆ। l = strlen name, ਇਹਦਾ ਮਤਲਬ ਹੈ ਕਿ ਨੇਮ ਦੀ ਜੋ ਵੀ ਲੈਂਥ ਹੋਏਗੀ ਉਹ ਕਿਹਦੇ 'ਚ ਆ ਜਾਏਗੀ, l ਵੈਰੀਏਬਲ 'ਚ, ਤੇ l ਮੈਂ ਡਿਕਲੇਅਰ ਕੀਤਾ ਹੈ ਇੰਟੀਜ਼ਰ ਟਾਈਪ ਦਾ। ਅੱਗੇ ਰਿਜ਼ਲਟ =%d। ਹੁਣ ਤੇ %d ਕਿਉਂ ਲਿਆ, ਕਿਉਂਕਿ ਇੰਟੀਜ਼ਰ ਦੀ ਕੰਟਰੋਲ ਸਟ੍ਰਿੰਗ ਕੀ ਹੁੰਦੀ ਹੈ, %d। ਇੱਥੇ ਮੈਂ ਲਿਆ l ਮਤਲਬ ਹੈ ਕਿ ਜਿਹੜੀ ਵੀ ਆਪਾਂ ਸਟ੍ਰਿੰਗ ਰੀਡ ਕਰਾਵਾਂਗੇ ਗੈਟਸ ਫੰਕਸ਼ਨ ਦੀ ਮਦਦ ਨਾਲ ਉਹਦੀ ਲੈਂਥ ਹੈ ਸ਼ੋ ਕਰੇਗਾ। ਮੈਂ ਪ੍ਰੋਗਰਾਮ ਨੂੰ ਕੰਪਾਈਲ ਕਰਦਾ। ਮੈਂ ਲਿਖਿਆ Alt F9 ਨਾਲ ਕੰਪਾਈਲ ਕਰਦਾ ਤੇ Control F9 ਨਾਲ ਰਨ ਕਰਦਾ। ਮੈਂ ਲਿਖਿਆ ਐਂਟਰ ਨੇਮ, ਨੇਮ ਕੀ ਲਿਖਿਆ, ਅਨੁਜ, ਤੇ ਅਨੁਜ 'ਚ ਕਿੰਨੇ ਕਰੈਕਟਰ ਹੈਗੇ ਹੈ, 4, ਤੇ ਇਹਦੀ ਲੈਂਥ ਕਿੰਨੀ ਆ ਗਈ, 4। ਇਸੇ ਤਰ੍ਹਾਂ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ। Alt F9 ਨਾਲ ਦੁਬਾਰਾ ਪ੍ਰੋਗਰਾਮ ਨੂੰ ਕੰਪਾਈਲ ਕੀਤਾ ਤੇ Control F9 ਨਾਲ ਦੁਬਾਰਾ ਰਨ ਕੀਤਾ। ਮੈਂ ਲਿਖਿਆ ਐਂਟਰ ਨੇਮ ਬ੍ਰਿਜਰਾਜ। ਬ੍ਰਿਜਰਾਜ 'ਚ ਤੇ 7 ਕਰੈਕਟਰ ਹੈ, ਬਟ ਇੱਥੇ ਆਨਸਰ 8 ਕਿਉਂ ਆ ਰਿਹਾ, ਕਿਉਂਕਿ ਬ੍ਰਿਜ ਅਤੇ ਰਾਜ ਜਿਹੜੀ ਸਪੇਸ ਹੈ ਉਹ ਉਹਨੂੰ ਇੱਕ ਕਰੈਕਟਰ ਮੰਨ ਕੇ ਚਲੇਗਾ, ਇਸ ਕਰਕੇ ਆਨਸਰ ਕੀ ਆਇਆ, 8। ਪੇਪਰ ਵਿੱਚ ਤੁਹਾਨੂੰ ਕੁਐਸਚਨ ਕੁਝ ਇਸ ਤਰ੍ਹਾਂ ਆਏਗਾ ਕਿ ਸਟ੍ਰਿੰਗ ਪੜ੍ਹਨ ਲਈ ਅਸੀਂ scanf ਫੰਕਸ਼ਨ ਦੀ ਵਰਤੋਂ ਕਰ ਸਕਦੇ ਹਾਂ, ਜੇ ਨਹੀਂ ਤਾਂ ਕਾਰਨ ਦੱਸੋ। ਜਦੋਂ scanf ਫੰਕਸ਼ਨ ਨਾਲ ਇੱਕ ਸਟ੍ਰਿੰਗ ਨੂੰ ਪੜ੍ਹਿਆ ਜਾਂਦਾ ਹੈ ਤਾਂ ਐਂਪਰਸੈਂਡ ਚਿੰਨ੍ਹ ਦੀ ਵਰਤੋਂ ਗਲਤ ਕਿਉਂ ਹੁੰਦੀ ਹੈ। ਇਹ ਜਿਹੜਾ ਐਂਡ ਦਾ ਸਿੰਬਲ ਹੈ ਇਹਨੂੰ C ਲੈਂਗੁਏਜ ਬੋਲਦੇ ਹੈ ਐਂਪਰਸੈਂਡ। ਇਹ ਕੁਐਸਚਨ 3 ਪਾਰਟ 'ਚ ਡਿਵਾਈਡ ਹੈਗਾ। ਸਭ ਤੋਂ ਪਹਿਲੇ ਪੁੱਛ ਰਿਹਾ ਹੈ ਕਿ ਸਟ੍ਰਿੰਗ ਨੂੰ ਪੜ੍ਹਨ ਲਈ scanf ਦੀ ਵਰਤੋਂ ਕਰ ਸਕਦੇ ਹਾਂ। ਜੀ ਬਿਲਕੁਲ ਕਰ ਸਕਦੇ ਹਾਂ। ਸਟ੍ਰਿੰਗ ਪੜ੍ਹਨ ਲਈ ਅਸੀਂ scanf ਫੰਕਸ਼ਨ ਦੀ ਵਰਤੋਂ ਕਰ ਸਕਦੇ ਹਾਂ। ਜੇਕਰ ਨਹੀਂ ਤਾਂ ਕਾਰਨ ਦੱਸੋ। ਕਾਰਨ ਦੱਸਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਜੇ ਰੀਡ ਨਹੀਂ ਕਰ ਸਕਦੇ ਤਾਂ ਕਾਰਨ ਦੇਣਾ ਪੈਣਾ ਸੀ। ਨਾਲ ਹੀ ਹੈ ਹੁਣ ਥੋੜਾ ਤੁਹਾਨੂੰ scanf ਬਾਰੇ ਦੱਸਣਾ ਚਾਹਾਂਗਾ ਕਿ ਜਿਹੜਾ scanf ਫੰਕਸ਼ਨ ਹੈ ਇਹਦੇ ਨਾਲ ਅਸੀਂ ਕਿਸੇ ਵੀ ਟਾਈਪ ਦੇ ਵੈਰੀਏਬਲ ਦੀ ਵੈਲਿਊ ਨੂੰ ਰੀਡ ਕਰ ਸਕਦੇ ਹਾਂ, ਚਾਹੇ ਇੰਟੀਜ਼ਰ ਹੈ, ਫਲੋਟ ਹੈ ਜਾਂ ਕਰੈਕਟਰ ਹੈ।
बट जदों असीं स्ट्रिंग वाली वैल्यू नूं scanf फंक्शन की मदद नाल रीड करते हाँ तो उहदी दिक्कत की है कि जेकर स्ट्रिंग विच खाली स्पेस है तो एक फंक्शन खाली स्पेस नूं पढ़ नहीं सकेगा। मतलब जिद्दां मान लो मैं लिखदा हैलो हाउ आर यू, स्कैन फंक्शन की करेगा सिर्फ हैलो नूं रीड करेगा, हाउ आर यू नूं रीड नहीं करेगा। वो क्यों नहीं करेगा? क्योंकि दोनों च की आ गई है स्पेस। एम्परसेंड नूं सी भाषा विच एम्परसेंड जां एड्रैस ऑपरेटर कहा जाता है। स्ट्रिंग विच वेरीएबल अपने आप एरे दे पहले एलीमेंट नूं पॉइंट करता है, इसलिए स्ट्रिंग विच एम्परसेंड ऑपरेटर की वरतों गलत होंदी है। साडे तीजे क्वेश्चन का आंसर कि असी स्कैनएफ दे अंदर एम्परसेंड नूं क्यों नहीं वरत सकते, क्योंकि एम्परसेंड का मतलब होंदा एड्रैस। बट स्ट्रिंग दे विच की हुंदा है कि जिहड़ा स्ट्रिंग वेरीएबल है वो अपने आप की करता है, एरे दे पहले एलीमेंट नूं पॉइंट आउट करता है, इसलिए इहदे च एम्परसेंड ऑपरेटर की वरतों गलत हुंदी है। इहदा सिंटैक्स स्ट्रिंग के केस विच इस तरह हुंदा है, पहले स्कैनएफ ये डबल कोमे च कंट्रोल स्ट्रिंग वेरीएबल 1 वेरीएबल 2 अप टू वेरीएबल n, ते जिहड़ी मैं कंट्रोल स्ट्रिंग लई है इहदे विच इत्थे कंट्रोल स्ट्रिंग की आएगी %s, इंटीजर च परसेंटेज डी आती है, फ्लोट च परसेंटेज एफ आती है, करैक्टर च परसेंटेज सी आती है, तो स्ट्रिंग विच की आती है %s। इस तरह हुण असीं इंग्लिश मीडियम विच देखते हाँ, कैन वी यूज scanf फंक्शन टू रीड ए स्ट्रिंग? इफ नो then give reason why it is wrong to use ampersand symbol when reading in a string with scanf function. Yes, we can use scanf function to read a string. Scanf function will not read blank space if any blank space exists in the string variable. Means scanf function will not read the string with space. Ampersand is called also called address operator in C language. In case of string, the variable itself points to the first element of the array. Thus, there is no need to use ampersand operator to pass the address. And syntax is control string variable 1 variable 2 variable n, and the control string of string is %s. डबल कोट्स विच ए लिखे है तो इनू की बोलांगे स्ट्रिंग कॉन्स्टेंट, तो जो सिंगल कोमे च लिखांगे तो इनू की बोलांगे करैक्टर कॉन्स्टेंट। स्ट्रिंग विच डबल कोमे की वरतों हुंदी है तो करैक्टर विच सिंगल कोमे की वरतों हुंदी है। जेकर असीं स्ट्रिंग टाइप वेरीएबल नूं पढ़ना होवे रीड करना होवे तो उहदे लई scanf अते gets फंक्शन की वरतों हुंदी है। जेकर करैक्टर कॉन्स्टेंट नूं पढ़ना होवे तो उहदे लई scanf जां getchar फंक्शन की वरतों हुंदी है। इसी तरह जेकर स्ट्रिंग नूं लिखना होवे प्रिंट करना होवे तो printf जां puts फंक्शन की वरतों हुंदी है, ते जेकर करैक्टर नूं लिखना होवे तो printf जां putchar फंक्शन की वरतों हुंदी है। स्ट्रिंग नूं डिक्लेयर करने लई स्क्वेयर ब्रैकेट की वरतों हुंदी है, करैक्टर नूं डिक्लेयर करने लई स्क्वेयर ब्रैकेट की वरतों नहीं हुंदी। वो क्यों? क्योंकि स्ट्रिंग दे विच साइज देना हुंदा है, एक तो वध करैक्टर स्टोर करना हुंदा है, बट करैक्टर कॉन्स्टेंट के अंदर सिंगल करैक्टर स्टोर होंदा है, इस करके इहदे विच स्क्वेयर ब्रैकेट की वरतों नहीं हुंदी। इसी तरह इंग्लिश मीडियम विच देखते हाँ, इट इज called string constant because double quotes are used. It is called single character constant because single quotes are used. In this double quotes are used, in this single quotes are used. In string, scanf or gets function is used to read the value of a string. In character constant, scanf or getchar function is used to read the value of a string, a character. Printf or puts function is used to print the value of a string. Printf or putchar function is used to print the value of a character constant. In string, square bracket is used. In character constant, square bracket is not used because in single character constant we can store only one character at a time, so square bracket is not used. पंजाबी मीडियम विच तुहानूं क्वेश्चन आ सकता है पुट कैर अते पुट्स फंक्शन विच अंतर दसो।
ਲੈਫਟ ਸਾਈਡ ਤੇ ਮੈਂ ਪੁੱਟ ਕੈਰ ਫੰਕਸ਼ਨ ਦੇ ਪੁਆਇੰਟ ਲਏ ਹੈ ਤੇ ਰਾਈਟ ਸਾਈਡ ਤੇ ਪੁੱਟਸ ਫੰਕਸ਼ਨ ਦੇ ਪੁਆਇੰਟ ਲਏ ਹੈ। ਫਸਟ ਪੁਆਇੰਟ ਕੀ ਹੈ, ਪੁੱਟ ਕੈਰ ਦਾ ਪੂਰਾ ਨਾਮ ਕੀ ਹੈ, ਪੁੱਟ ਕਰੈਕਟਰ, ਤੇ ਪੁੱਟਸ ਦਾ ਪੂਰਾ ਨਾਮ ਕੀ ਹੈ, ਪੁੱਟ ਸਟ੍ਰਿੰਗ। ਇਸੇ ਤਰ੍ਹਾਂ ਸੈਕੰਡ ਪੁਆਇੰਟ, ਪੁੱਟ ਕੈਰ ਇੱਕ ਅਨਫੋਰਮੈਟਡ ਕਰੈਕਟਰ ਆਊਟਪੁੱਟ ਫੰਕਸ਼ਨ ਹੈ ਤੇ ਪੁੱਟਸ ਇੱਕ ਅਨਫੋਰਮੈਟਡ ਸਟ੍ਰਿੰਗ ਆਊਟਪੁੱਟ ਫੰਕਸ਼ਨ ਹੈ। ਤੁਹਾਨੂੰ ਅਨਫੋਰਮੈਟਡ ਤੇ ਫੋਰਮੈਟਡ ਬਾਰੇ ਦੱਸਣਾ ਚਾਹਾਂਗਾ ਕਿ ਫੋਰਮੈਟਡ ਫੰਕਸ਼ਨ ਉਹ ਹੁੰਦੇ ਨੇ ਜਿਹਦੇ ਵਿੱਚ ਕੰਟਰੋਲ ਸਟ੍ਰਿੰਗ ਦੀ ਵਰਤੋਂ ਹੁੰਦੀ ਹੈ, ਤੇ ਫੋਰਮੈਟਡ ਫੰਕਸ਼ਨ ਸਾਡੇ ਕੋਲ ਦੋ ਹੁੰਦੇ ਨੇ, ਸਕੈਨਐਫ ਅਤੇ ਪ੍ਰਿੰਟਐਫ। ਸਕੈਨਐਫ ਫੋਰਮੈਟਡ ਇਨਪੁਟ ਫੰਕਸ਼ਨ ਹੈ ਤੇ ਪ੍ਰਿੰਟਐਫ ਫੋਰਮੈਟਡ ਆਊਟਪੁੱਟ ਫੰਕਸ਼ਨ ਹੈ। ਮਤਲਬ ਕਿ ਜਦੋਂ ਆਪਾਂ ਸਕੈਨਐਫ ਜਾਂ ਪ੍ਰਿੰਟਐਫ ਯੂਜ਼ ਕਰਦੇ ਹਾਂ ਉਹਦੇ ਵਿੱਚ ਜੇਕਰ ਅਸੀਂ ਸਟ੍ਰਿੰਗ ਵੇਰੀਏਬਲ ਡਿਕਲੇਅਰ ਕਰਦੇ ਹਾਂ ਤਾਂ ਅਸੀਂ ਕੀ ਲਗਾਉਂਦੇ ਹਾਂ ਨਾਲ %s, ਲੇਕਿਨ ਪੁੱਟ ਕੈਰ ਅਤੇ ਪੁੱਟਸ ਫੰਕਸ਼ਨ ਵਿੱਚ ਅਜਿਹੀ ਕਿਸੇ ਕੰਟਰੋਲ ਸਟ੍ਰਿੰਗ ਦੀ ਜ਼ਰੂਰਤ ਨਹੀਂ ਪਵੇਗੀ। ਪੁੱਟ ਕੈਰ ਫੰਕਸ਼ਨ ਦੀ ਵਰਤੋਂ ਕਰੈਕਟਰ ਵੇਰੀਏਬਲ ਦੀ ਕੀਮਤ ਨੂੰ ਲਿਖਣ ਲਈ ਕੀਤੀ ਜਾਂਦੀ ਹੈ। ਤੇ ਥਰਡ ਪੁਆਇੰਟ ਪੁੱਟਸ ਵਿੱਚ ਪੁੱਟਸ ਫੰਕਸ਼ਨ ਦੀ ਵਰਤੋਂ ਸਟ੍ਰਿੰਗ ਵੇਰੀਏਬਲ ਦੀ ਕੀਮਤ ਨੂੰ ਲਿਖਣ ਲਈ ਕੀਤੀ ਜਾਂਦੀ ਹੈ। ਮਤਲਬ ਪੁੱਟ ਕੈਰ ਫੰਕਸ਼ਨ ਕਰੈਕਟਰ ਵੇਰੀਏਬਲ ਦੀ ਵੈਲਿਊ ਨੂੰ ਪ੍ਰਿੰਟ ਕਰਦਾ ਹੈ ਤੇ ਪੁੱਟਸ ਫੰਕਸ਼ਨ ਸਟ੍ਰਿੰਗ ਵੇਰੀਏਬਲ ਦੀ ਵੈਲਿਊ ਨੂੰ ਪ੍ਰਿੰਟ ਕਰਦਾ ਹੈ। ਤੇ ਲਾਸਟ ਫੋਰਥ ਪੁਆਇੰਟ ਹੈ ਸਿੰਟੈਕਸ। ਪੁੱਟ ਕੈਰ ਕਰੈਕਟਰ ਵੇਰੀਏਬਲ, ਮਤਲਬ ਇਹ ਪੁੱਟ ਕੈਰ ਲਿਖਾਂਗੇ ਤੇ ਜਿਹੜਾ ਕਰੈਕਟਰ ਵੇਰੀਏਬਲ ਡਿਕਲੇਅਰ ਕੀਤਾ ਉਹਨੂੰ ਕਿੱਥੇ ਲਿਖਾਂਗੇ, ਬ੍ਰੈਕਟ ਦੇ ਅੰਦਰ। ਇਸੇ ਤਰ੍ਹਾਂ ਪੁੱਟਸ ਫੰਕਸ਼ਨ ਦੇ ਅੰਦਰ ਕੀ ਕਰਾਂਗੇ, ਪੁੱਟਸ ਫੰਕਸ਼ਨ ਲਿਖ ਕੇ ਬ੍ਰੈਕਟ ਦੇ ਅੰਦਰ ਕੀ ਕਰਾਂਗੇ, ਜਿਹੜਾ ਸਟ੍ਰਿੰਗ ਵੇਰੀਏਬਲ ਉਹ ਡਿਕਲੇਅਰ ਕਰਾਂਗੇ। ਕਰੈਕਟਰ ਤੇ ਸਟ੍ਰਿੰਗ ਵੇਰੀਏਬਲ 'ਚ ਫਰਕ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਅਲਫਾਬੈਟ, ਸਪੈਸ਼ਲ ਚਿੰਨ੍ਹ ਜਾਂ ਸਪੇਸ ਨੂੰ ਜਾਂ ਨੰਬਰ ਨੂੰ ਸਿੰਗਲ ਕੋਮਿਆਂ 'ਚ ਲਿਖਦੇ ਹਾਂ ਉਹ ਕਰੈਕਟਰ ਹੁੰਦਾ ਹੈ, ਤੇ ਜੇਕਰ ਅਸੀਂ ਜਿੰਨੇ ਮਰਜ਼ੀ ਅਲਫਾਬੈਟ ਹੋ ਜਾਣ, ਸਪੈਸ਼ਲ ਚਿੰਨ੍ਹ ਹੋ ਜਾਣ ਜਾਂ ਕੋਈ ਨੂਮੈਰੀਕਲ ਵੈਲਿਊ ਹੋ ਜੇ ਉਹਨੂੰ ਡਬਲ ਕੋਮਿਆਂ 'ਚ ਲਵੇ ਤਾਂ ਉਹ ਕੀ ਹੁੰਦਾ ਹੈ, ਸਟ੍ਰਿੰਗ ਵੇਰੀਏਬਲ। ਇਸੇ ਤਰ੍ਹਾਂ ਅਸੀਂ ਹੁਣ ਅੱਗੇ ਦੇਖਦੇ ਹਾਂ ਕਿ ਇੰਗਲਿਸ਼ ਮੀਡੀਅਮ ਦੇ ਵਿੱਚ difference between put char and puts function. First point, it stands for put character, it stands for put string. Second point, put char is an unformatted character output function, puts is an unformatted string output function. Put char is used to print the value of a character variable, or puts is used to print the value of a string variable. Syntax, put char within bracket character variable, puts within bracket string variable। ਅਗਰ ਅਸੀਂ ਸਿੰਪਲ ਸ਼ਬਦਾਂ 'ਚ ਗੱਲ ਕਰੀਏ ਤੇ ਪੁੱਟ ਕੈਰ ਤੇ ਪੁੱਟਸ ਕਿੱਥੇ ਵਰਤੇ ਜਾਂਦੇ ਨੇ, ਪੁੱਟ ਕੈਰ ਫੰਕਸ਼ਨ ਅਸੀਂ ਹਮੇਸ਼ਾ ਗੈਟ ਕੈਰ ਫੰਕਸ਼ਨ ਦੇ ਨਾਲ ਯੂਜ਼ ਕਰਦੇ ਹਾਂ ਕਿ ਜੇਕਰ ਅਸੀਂ ਕਿਸੇ ਕਰੈਕਟਰ ਵੇਰੀਏਬਲ ਨੂੰ ਗੈਟ ਕੈਰ ਫੰਕਸ਼ਨ ਦੀ ਮਦਦ ਨਾਲ ਰੀਡ ਕਰਦੇ ਹਾਂ ਤਾਂ ਉਹਨੂੰ ਪ੍ਰਿੰਟ ਕਿਹਦੀ ਮਦਦ ਨਾਲ ਕਰਾਂਗੇ, ਪੁੱਟ ਕੈਰ ਫੰਕਸ਼ਨ ਦੇ ਨਾਲ। ਇਸੇ ਤਰ੍ਹਾਂ ਜੇਕਰ ਅਸੀਂ ਕਿਸੇ ਸਟ੍ਰਿੰਗ ਨੂੰ ਗੈਟਸ ਫੰਕਸ਼ਨ ਦੀ ਮਦਦ ਨਾਲ ਰੀਡ ਕਰ ਰਹੇ ਹਾਂ ਤਾਂ ਉਸ ਨੂੰ ਪ੍ਰਿੰਟ ਕਿਹਦੇ ਨਾਲ ਕਰਾਂਗੇ, ਪੁੱਟਸ ਫੰਕਸ਼ਨ ਦੀ ਮਦਦ ਨਾਲ। ਫੰਕਸ਼ਨਸ ਟੂ ਰੀਡ ਏ ਸਟ੍ਰਿੰਗ, ਜਾਂ ਸਟ੍ਰਿੰਗ ਨੂੰ ਪੜ੍ਹਨ ਲਈ ਕਿਹੜੇ ਇਨਪੁਟ ਫੰਕਸ਼ਨ ਵਰਤੇ ਜਾਂਦੇ ਹਨ। ਸਟ੍ਰਿੰਗ ਨੂੰ ਪੜ੍ਹਨ ਲਈ ਦੋ ਇਨਪੁਟ ਫੰਕਸ਼ਨ ਵਰਤੇ ਜਾਂਦੇ ਹਨ। ਨੰਬਰ 1 ਸਕੈਨਐਫ ਫੰਕਸ਼ਨ, ਨੰਬਰ 2 ਗੈਟਸ ਫੰਕਸ਼ਨ। ਹੁਣ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਕੈਨਐਫ ਫੰਕਸ਼ਨ ਦੀ। ਸਕੈਨਐਫ ਇੱਕ ਫਾਰਮੈਟਡ ਇਨਪੁਟ ਫੰਕਸ਼ਨ ਹੈ। ਇਸ ਦੀ ਵਰਤੋਂ ਇੰਟੀਜ਼ਰ, ਫਲੋਟ, ਕਰੈਕਟਰ ਜਾਂ ਸਟ੍ਰਿੰਗ ਟਾਈਪ ਵੇਰੀਏਬਲ ਦੀ ਕੀਮਤ ਨੂੰ ਪੜ੍ਹਨ ਲਈ ਕੀਤੀ ਜਾਂਦੀ ਹੈ। ਇਸ ਦਾ ਅਰਥ ਹੈ ਕਿ ਅਸੀਂ ਸਕੈਨਐਫ ਫੰਕਸ਼ਨ ਨਾਲ ਕਿਸੇ ਵੀ ਕਿਸਮ ਦੇ ਡਾਟਾ ਨੂੰ ਰੀਡ ਕਰ ਸਕਦੇ ਹਾਂ। ਜੇਕਰ ਸਟ੍ਰਿੰਗ ਵਿੱਚ ਖਾਲੀ ਸਪੇਸ ਹੈ ਤਾਂ ਇਹ ਫੰਕਸ਼ਨ ਖਾਲੀ ਸਪੇਸ ਨੂੰ ਨਹੀਂ ਪੜ੍ਹ ਸਕੇਗਾ। ਸਕੈਨਐਫ ਫੰਕਸ਼ਨ ਦੀ ਇਹੋ ਦਿੱਕਤ ਹੈ ਕਿ ਇਹਦੇ ਵਿੱਚ ਜੇ ਕੋਈ ਸਪੇਸ ਵਾਲਾ ਨੇਮ ਆ ਜੇ ਤੇ ਇਹਨੂੰ ਰੀਡ ਨਹੀਂ ਕਰ ਪਾਏਗਾ। ਇਸ ਦਾ ਇੰਗਲਿਸ਼ ਮੀਡੀਅਮ ਵਿੱਚ it is a formatted input function. It is used to read value of integer, float, character or string type variable. It will not read blank space if any blank space exists in string variable. ਹੁਣ ਅਸੀਂ ਇਹਦਾ ਸਿੰਟੈਕਸ ਦੇਖਦੇ ਹਾਂ। ਇਹਦੇ ਸਿੰਟੈਕਸ ਵਿੱਚ scanf ਫੰਕਸ਼ਨ ਹੈ, ਕੰਟਰੋਲ ਸਟ੍ਰਿੰਗ ਡਬਲ ਕੋਟਸ ਵਿੱਚ ਆਏਗੀ, ਕੋਮਾ ਐਮਪਰਸੈਂਡ ਵੇਰੀਏਬਲ 1 ਐਮਪਰਸੈਂਡ ਵੇਰੀਏਬਲ 2 ਅਪ ਟੂ ਐਮਪਰਸੈਂਡ ਵੇਰੀਏਬਲ n। ਇੱਥੇ ਕੰਟਰੋਲ ਸਟ੍ਰਿੰਗ ਦਾ ਮਤਲਬ ਹੈ ਕਿ ਜੇਕਰ ਮੈਂ ਕੋਈ ਵੇਰੀਏਬਲ ਇੰਟੀਜ਼ਰ ਟਾਈਪ ਦਾ ਲਿਆ ਤਾਂ ਉਸ ਦੀ ਕੰਟਰੋਲ ਸਟ੍ਰਿੰਗ ਹੋਏਗੀ %d, ਜੇ ਫਲੋਟ ਟਾਈਪ ਦਾ ਲਿਆ ਤਾਂ ਉਸ ਦੀ ਕੰਟਰੋਲ ਸਟ੍ਰਿੰਗ ਹੋਏਗੀ %f, ਜੇ ਕਰੈਕਟਰ ਟਾਈਪ ਦਾ ਲਿਆ ਤਾਂ ਉਹਦੀ ਹੋਏਗੀ %c, ਤੇ ਜੇਕਰ ਸਟ੍ਰਿੰਗ ਲਿਆ ਤੇ ਉਸ ਦੀ ਕੰਟਰੋਲ ਸਟ੍ਰਿੰਗ ਹੋਏਗੀ %s। ਤੇ ਜਿਹੜਾ ਮੈਂ ਐਂਡ ਲਗਾਇਆ ਇਹਨੂੰ C ਭਾਸ਼ਾ ਵਿੱਚ ਬੋਲਦੇ ਆ ਐਮਪਰਸੈਂਡ, ਤੇ ਐਮਪਰਸੈਂਡ ਦਾ ਅਰਥ ਹੁੰਦਾ ਐਡਰੈਸ। ਐਮਪਰਸੈਂਡ ਇੰਟੀਜ਼ਰ ਟਾਈਪ ਵੇਰੀਏਬਲ ਨਾਲ ਵੀ यूज होगा, फ्लोट नाल भी यूज होएगा, करैक्टर नाल भी यूज होएगा, बट स्ट्रिंग टाइप वेरीएबल नाल एम्परसेंट की वरतों नहीं होंदी।
ਉਹ ਇਸ ਕਰਕੇ नहीं ਹੁੰਦੀ क्योंकि ਜਿਹੜਾ स्ट्रिंग वेरिएबल है वो ऑलरेडी अपने वेरिएबल ਦੇ एड्रैस ਨੂੰ स्टोर करके रखता है। सैकेंड है साडा गेट्स फंक्शन। गेट्स फंक्शन भी एक अनफॉर्मेटेड इनपुट फंक्शन है। इत्थे अनफॉर्मेटेड का मतलब है कि ਇਹਦੇ ਵਿੱਚ कंट्रोल स्ट्रिंग की वरतों नहीं होगी। इस दी वरतों सिर्फ स्ट्रिंग टाइप वेरिएबल की कीमत ਨੂੰ ही पढ़न ਲਈ ਕੀਤੀ ਜਾਂਦੀ है। जेकर स्ट्रिंग ਵਿੱਚ खाली स्पेस है तो यह फंक्शन खाली स्पेस ਨੂੰ भी पढ़ सकेगा। मैं तुहानूं दस्सिया है कि जिहड़ा स्कैनफ फंक्शन है, स्कैनफ फंक्शन च जेकर खाली स्पेस आ जाती है किसी नेम विच तो खाली स्पेस तो अगले करैक्टर्स नूं रीड नहीं कर सकता। बट जिहड़ा गेट्स फंक्शन है यह खाली स्पेस नूं भी रीड कर सकता है, बट यह सिर्फ स्ट्रिंग टाइप वेरिएबल नूं ही पढ़ सकता है, इंटीजर फ्लोट करैक्टर च नहीं वरतिया जा सकता। हुण असीं इंग्लिश मीडियम च देखते हैं। गेट्स इज एन अनफॉर्मेटेड इनपुट फंक्शन। इट इज यूज्ड टू रीड वैल्यू ऑफ स्ट्रिंग टाइप वेरिएबल ओनली। It also read blank space if any blank space exists in string variable। इसका सिंटैक्स है gets string variable। एक अनफॉर्मेटेड फंक्शन है, इस करके ਇਹਦੇ ਵਿੱਚ कंट्रोल स्ट्रिंग ਦੀ ਵਰਤੋਂ नहीं ਹੋਵੇਗੀ। स्ट्रिंग ਨੂੰ ਲਿਖਣ ਲਈ ਕਿਹੜੇ ਆਉਟਪੁੱਟ ਫੰਕਸ਼ਨ ਵਰਤੇ ਜਾਂਦੇ ਹਨ? आउटपुट फंक्शंस टू प्रिंट ए स्ट्रिंग। स्ट्रिंग ਨੂੰ ਲਿਖਣ ਲਈ ਦੋ ਆਉਟਪੁੱਟ ਫੰਕਸ਼ਨ ਵਰਤੇ ਜਾਂਦੇ ਹਨ। ਜਿਹੜਾ ਪਹਿਲਾ ਫੰਕਸ਼ਨ ਹੈ ਉਹ ਹੈਗਾ printf ਫੰਕਸ਼ਨ, ਦੂਸਰਾ ਹੈਗਾ puts ਫੰਕਸ਼ਨ। ਹੁਣ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ printf ਫੰਕਸ਼ਨ ਦੀ। printf ਫੰਕਸ਼ਨ ਇੱਕ ਫਾਰਮੈਟਡ ਆਉਟਪੁੱਟ ਫੰਕਸ਼ਨ ਹੈ। ਇਸ ਦੀ ਵਰਤੋਂ ਇੰਟੀਜਰ, ਫਲੋਟ, ਕਰੈਕਟਰ ਜਾਂ ਸਟ੍ਰਿੰਗ ਟਾਈਪ ਵੇਰੀਏਬਲ ਦੀ ਕੀਮਤ ਨੂੰ ਲਿਖਣ ਲਈ ਕੀਤੀ ਜਾਂਦੀ ਹੈ। ਇਹ ਫੰਕਸ਼ਨ scanf ਫੰਕਸ਼ਨ ਦੇ ਉਲਟ ਕੰਮ ਕਰਦਾ ਹੈ। scanf ਫੰਕਸ਼ਨ वेरिएबल की कीमत ਨੂੰ पढ़ता है ਤੇ ਜਿਹੜਾ printf फंक्शन है ਇਹ वेरिएबल की कीमत ਨੂੰ लिखता है ਜਾਂ स्क्रीन ਤੇ शो करता है। इसी तरह इंग्लिश मीडियम च it is a formatted output function। it is used to print value of integer, float, character or string type variable। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ scanf ਚ ਕਿ formatted ਦਾ ਮਤਲਬ ਕੀ ਹੁੰਦਾ ਹੈ। formatted ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਕੰਟਰੋਲ ਸਟ੍ਰਿੰਗ ਵਰਤੀ ਜਾਂਦੀ ਹੈ। ਕੰਟਰੋਲ ਸਟ੍ਰਿੰਗ ਦਾ ਮਤਲਬ ਇੰਟੀਜਰ ਲਈ % d ਕੰਟਰੋਲ ਸਟ੍ਰਿੰਗ ਵਰਤੀ ਜਾਂਦੀ ਹੈ, फ्लोट ਲਈ %f, ਕਰੈਕਟਰ ਲਈ %c ਤੇ ਸਟ੍ਰਿੰਗ ਲਈ %s। ਇਹਦਾ ਸਿੰਟੈਕਸ ਹੈਗਾ printf ਡਬਲ ਕੋਟਸ ਚ ਕੰਟਰੋਲ ਸਟ੍ਰਿੰਗ ਫਿਰ ਵੇਰੀਏਬਲ 1, ਵੇਰੀਏਬਲ 2, ਵੇਰੀਏਬਲ n, ਜਿਸ ਤਰ੍ਹਾਂ scanf ਫੰਕਸ਼ਨ ਵਿੱਚ ਸੀ। ਪਰ ਫਰਕ ਕੀ ਹੈ ਕਿ scanf ਫੰਕਸ਼ਨ ਦੇ ਵਿੱਚ ਜਿਹੜੇ ਸਾਡੇ ਵੇਰੀਏਬਲ ਹੁੰਦੇ ਆ ਉਹਨਾਂ ਦੇ ਨਾਲ % ਦੀ ਵਰਤੋਂ ਹੁੰਦੀ ਹੈ, ਪਰ printf ਫੰਕਸ਼ਨ ਦੇ ਵਿੱਚ % ਦੀ ਵਰਤੋਂ ਨਹੀਂ ਹੁੰਦੀ। ਹੁਣ ਅਸੀਂ दूसरा आउटपुट फंक्शन पढ़ते हाँ, वो है पुट्स फंक्शन। पुट्स का मतलब होता है पुट स्ट्रिंग। यह एक अनफॉर्मेटेड आउटपुट फंक्शन है। अनफॉर्मेटेड का मतलब होता है कि जिहदे विच कंट्रोल स्ट्रिंग की वरतों नहीं होंदी। इसकी वरतों सिर्फ स्ट्रिंग टाइप वेरिएबल की कीमत नूं ही लिखण लई कीती जांदी है। इसका अर्थ है कि जिहड़ा पुट्स फंक्शन है ऐसे स्ट्रिंग टाइप वेरिएबल ही वरतिया जाएगा, असीं इहनूं इंटीजर, फ्लोट जां करैक्टर लई नहीं वरत सकते। इस तरह इंग्लिश मीडियम it is an unformatted output function। it is used to print value of string type variable only। ਇਹਦਾ ਸਿੰਟੈਕਸ ਹੈਗਾ puts ਤੇ ਬ੍ਰੈਕਟ ਦੇ ਵਿੱਚ string variable। ਜੇਕਰ ਤੁਹਾਡੀ ਕੋਈ ਕੁਐਰੀ, ਕੁਐਸਚਨ ਜਾਂ ਸੁਜੈਸ਼ਨ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਮੇਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।